सतनाम श्री वाहिगुरु साहिब जी। तुद आगे अरदास हमारी, जियो पिंड सब तेरा। कहो नानक सब तेरी वड्याई। कोई ना जाने मेरा। दंडौत बंदन अनक बार, सर्व कला समरथ। डोलन तेरा प्रभु, नानक दे कर हथ। परम सत्कारयोग सतगुरां दी साजी नवाजी गुरु रूप साध संगत जी। धन धन श्री गुरु ग्रंथ साहिब महाराज सच्चे पातशाह जी की किरपा बख्शिश हुई है। सतगुरां ने अंमृत वेला बख्श किया है। आओ हुण आपां बाबा कबीर जी दे कुछ श्लोकां दी व्याख्या करते हाँ। आओ मन बिरतियां नूं कागर करिए, सतगुरां नूं सीस झुकाइए। फतेह बुलाओ जी। वाहिगुरू जी का खालसा, वाहिगुरू जी की फतेह। बाबा कबीर जी कह रहे ने, कबीर रस को गांडो चूसिए, गुण को मरिए रोए। हे कबीर, रस नाल भरिया होया गन्ना वेलने विच पीड़िया जाता है। भाव के रस की दात विच उसनूं ये मुੱਲ देना पैंदा है, क्योंकि वह वेलने विच पीड़ीदा है। 100 गुणा के बदले औगुणा नूं छड्ड के आपा भाव वल्लों मरना ही पैंदा है। बाबा जी एक गन्ने की उदाहरण दे रहे हैं। अवगन आरे मानसे, भलो ना कह कोय। जो मनुख आपा भाव नहीं त्यागदा कि विकारां वल ही रुचि रखदा है, उस विकारी मनुख नूं जगत विच कोई बंदा चंगा नहीं आखदा। भाव भगती की दात तो वांझिया रहिंदा है, जगत विच बदनामी ही खटदा है। कबीर गागर जल भरी, आज काल जह फूट। बाबा कबीर जी कह रहे हैं, मिट्टी का कच्चा घड़ा पानी नाल भरिया होया होवे, वो छेती ही फुट जाता है। इस शरीर की भी यही पाया है, सदा कायम नहीं रह सकता। मनुखा जन्म का मनोरथ प्राप्त करने लई इस शरीर का मोह, इस दे नाश होने तो पहला ही त्यागना है। अपनी मर्जी त्याग के गुरु जी के दसे हुए राह उत्ते तुरना है। पर गुर जो ना चेते अपनो, आद माज लीजह के लूट। जो मनुख अपने गुरु नूं याद नहीं रखते, शरीरक मोह विच फस के गुरु जी नूं भुला बैठते हैं, गुरु जी के दसे राह नूं विसार देंदे हन। वो जिंदगी, वो मनुख जिंदगी के सफर के अध विच ही लुट लै जाते हैं।
ਵਕਾਰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ਼ ਕਰ ਦਿੰਦੇ ਹਨ। ਵਕਾਰਾਂ ਵਿੱਚ ਪੈ ਕੇ ਇੱਥੋਂ ਦੀ ਰਾਸ ਪੂੰਜੀ ਵੀ ਮੁੱਕ ਜਾਂਦੀ ਹੈ ਤੇ ਪਰਲੋਕ ਵੀ ਵਿਗੜ ਜਾਂਦਾ ਹੈ। ਅੱਗੇ ਬਾਬਾ ਕਬੀਰ ਜੀ ਕਹਿ ਰਹੇ ਨੇ, ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਉ। ਬਾਬਾ ਕਬੀਰ ਜੀ ਕਹਿ ਰਹੇ ਨੇ, ਮੈਂ ਆਪਣੇ ਮਾਲਕ ਪ੍ਰਭੂ ਦੇ ਦਰ ਦਾ ਕੁੱਤਾ ਹਾਂ, ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ। ਇਸ ਕਰਕੇ ਮੇਰਾ ਨਾਮ ਵੀ ਮੋਤੀ ਪੈ ਗਿਆ ਹੈ। ਭਾਵ ਕਿ ਦੁਨੀਆ ਵੀ ਮੈਨੂੰ ਪਿਆਰ ਨਾਲ ਬੁਲਾਉਂਦੀ ਹੈ। ਗਲੇ ਹਮਾਰੇ ਜੇਵਰੀ ਜੈ ਖਿੰਚੈ ਤੇ ਜਾਉ। ਮੇਰੇ ਮਾਲਕ ਵਾਹਿਗੁਰੂ ਪ੍ਰਭੂ ਨੇ, ਰਾਮ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ। ਜਿੱਧਰ ਉਹ ਮੈਨੂੰ ਖਿੱਚਦਾ ਹੈ ਮੈਂ ਉੱਧਰ ਹੀ ਜਾਂਦਾ ਹਾਂ। ਕਬੀਰ ਜਪਨੀ ਕਾਂਠ ਕੀ ਕਿਆ ਦਿਖਲਾਵੇ ਲੋਏ। ਬਾਬਾ ਕਬੀਰ ਜੀ ਕਹਿੰਦੇ ਨੇ, ਤੂੰ ਤੁਲਸੀ ਰੁਦਾਰਕ ਦੀ ਮਾਲਾ ਹੱਥ ਵਿੱਚ ਲੈ ਕੇ ਕਿਉਂ ਲੋਕਾਂ ਨੂੰ ਵਿਖਾਉਂਦਾ ਫਿਰਦਾ ਹੈ ਕਿ ਮੈਂ ਮਾਲਾ ਫੇਰਦਾ। ਬਾਬਾ ਕਬੀਰ ਜੀ ਕਹਿੰਦੇ, ਕਬੀਰ ਜਪਨੀ ਕਾਂਠ ਕੀ ਕਿਆ ਦਿਖਲਾਵੇ ਲੋਏ। ਲੋਕਾਂ ਨੂੰ ਦਿਖਾ ਰਹੇ ਹਾਂ ਕਿ ਮੈਂ ਬੜਾ ਧਰਮੀ ਹਾਂ, ਮਾਲਾ ਫੇਰਦਾ ਹਾਂ। ਕਹਿੰਦੇ ਹਿਰਦੇ ਰਾਮ ਨਾ ਚੇਤੀ, ਇਹ ਜਪਨੀ ਕਿਆ ਹੋਏ। ਕਹਿੰਦਾ ਤੂੰ ਆਪਣੇ ਹਿਰਦੇ ਵਿੱਚ ਤਾਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ। ਹੱਥ ਵਿੱਚ ਫੜੀ ਹੋਈ ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ। ਜੇ ਤੇਰਾ ਉਸ ਮਾਲਕ ਦੇ ਨਾਲ, ਵਾਹਿਗੁਰੂ ਦੇ ਨਾਲ ਪਿਆਰ ਨਹੀਂ, ਉਹ ਰਾਮ ਦੇ ਨਾਲ, ਤਾਂ ਤੇਰੀ ਹੱਥ ਵਿੱਚ ਫੜੀ ਹੋਈ ਜਿਹੜੀ ਇਹ ਮਾਲਾ ਇਹ ਬੇਕਾਰ ਹੈ। ਇਹ ਲੋਕਾਂ ਨੂੰ ਦਿਖਾਉਣ ਵਾਸਤੇ ਹੈ। ਕਬੀਰ ਬਿਰਹੋ ਭਯੰਗਮ ਮਨ ਵਸੈ, ਮੰਤ ਨ ਮਾਨੈ ਕੋਏ। ਬਾਬਾ ਕਬੀਰ ਜੀ ਕਹਿ ਰਹੇ ਨੇ, ਕਾਂਠ ਦੀ ਜਪਨੀ ਤਾਂ ਕੁਝ ਸਵਾਰ ਨਹੀਂ ਸਕਦੀ ਮਾਲਾ, ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਜੀ ਦੀ ਸ਼ਰਨ ਪੈ ਕੇ ਬਿਰਹੋ ਦਾ ਸੱਪ ਆ ਵਸੇ, ਜਿਸ ਮਨੁੱਖ ਨੂੰ ਗੁਰੂ ਦਰ ਤੋਂ ਇਹ ਸੂਝ ਮਿਲ ਜਾਏ, ਗਿਆਨ ਮਿਲ ਜਾਏ ਕਿ ਇਹਨਾਂ ਪੰਜਾਂ ਨੇ, ਕਾਮਦੇਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ, ਕੋਈ ਮੰਤਰ ਉਸ ਉੱਤੇ ਨਹੀਂ ਚੱਲ ਸਕਦਾ। ਰਾਮ ਵਿਯੋਗੀ ਨਾ ਜੀਐ, ਜੀਏ ਤਾਂ ਬੌਰਾ ਹੋਏ। ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜਿਉਂ ਹੀ ਨਹੀਂ ਸਕਦਾ। ਭਾਵ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇੱਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਭੋਗਾਂ ਵਾਸਤੇ, ਮਾਇਕ ਭੋਗਾਂ ਵਾਸਤੇ ਜਿਉ ਹੀ ਨਹੀਂ ਸਕਦਾ। ਜਿਹੜਾ ਜੀਵਨ ਉਹ ਜਿਉਂਦਾ ਹੈ ਦੁਨੀਆ ਦੇ ਭਾਣੇ ਵਿੱਚ ਚੱਲਿਆਂ ਵਾਲਾ ਜੀਵਨ ਹੈ। ਕਬੀਰ ਪਾਰਸ ਚੰਦਨੇ ਤਿਨ ਹੈ ਏਕ ਸੁਗੰਧ। ਬਾਬਾ ਕਬੀਰ ਜੀ ਕਹਿ ਰਹੇ ਨੇ, ਪਾਰਸ ਅਤੇ ਚੰਦਨ ਇਹਨਾਂ ਦੋਵਾਂ ਵਿੱਚ ਇੱਕ ਇੱਕ ਗੁਣ ਹੈ। ਤੈ ਮਿਲ ਤੇਹੋ ਉਤਮ ਭੈ, ਲੋ ਕਾਂਠ ਨਿਰਗੰਧ। ਲੋਹਾ ਤੇ ਸੁਗੰਧੀ ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉਤਮ ਬਣ ਜਾਂਦੇ ਹਨ। ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ। ਸਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਹੀ ਪਹਿਲਾਂ ਜੋ ਪੰਜਾਂ ਵਿਕਾਰਾਂ ਦੇ ਵਿੱਚ ਵਿਕਿਆ ਹੋਇਆ ਮਨੁੱਖ ਗੁਰੂ ਨੂੰ ਮਿਲ ਕੇ ਰਾਮ ਵਿਯੋਗੀ ਬਣ ਜਾਂਦਾ ਹੈ, ਰਾਮ ਦਾ ਪਿਆਰਾ ਬਣ ਜਾਂਦਾ ਹੈ ਗੁਰੂ ਨੂੰ ਮਿਲ ਕੇ। ਬਾਬਾ ਜੀ ਨੇ ਉਦਾਹਰਨ ਦਿੱਤੀ ਹੈ ਚੰਦਨ ਦੀ ਤੇ ਇੱਕ ਪਾਰਸ ਦੀ। ਇਸੇ ਤਰ੍ਹਾਂ ਹੀ ਬਾਬਾ ਕਬੀਰ ਜੀ ਅੱਗੇ ਕਰਨ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਹਿੰਦੇ ਜਮ ਦਾ ਡੰਡਾ ਸਿਰ ਤੇ ਜਦੋਂ ਵੱਜਦਾ ਹੈ
ਜਨਮ ਮਰਨ ਦੇ ਗੇੜ ਵਿੱਚ ਪੈ ਜਾਈਦਾ ਹੈ। ਜਮ ਦੀ ਇਹ ਸੱਟ ਇਤਨੀ ਭੈੜੀ ਹੈ, ਸਹਾਰਨੀ ਬੜੀ ਔਖੀ ਹੈ। ਏਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ ਤੇ ਮੈਂ ਇਹਨਾਂ ਪੰਜਾਂ ਤੋਂ ਕਾਮਦੇਕਾਂ ਦੇ ਤਹਿ ਨਹੀਂ ਚੜਿਆ, ਇਹਨਾਂ ਤੋਂ ਬਚ ਗਿਆ। ਕਬੀਰ ਵੈਦ ਕਹੇ ਹੋਂ ਹੀ ਭਲਾ, ਦਾਰੂ ਮੇਰੇ ਵਸ। ਬਾਬਾ ਕਬੀਰ ਜੀ ਕਹਿ ਰਹੇ ਨੇ, ਹਕੀਮ ਤਾਂ ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ, ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੋੜਨ ਤੋਂ ਬਚਾਉਣ ਲਈ ਇਲਾਜ ਮੇਰੇ ਅਖਤਿਆਰ ਵਿੱਚ ਹੈ। ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ। ਇਹ ਤੋਂ ਵਸਤ ਗੋਪਾਲ ਕੀ, ਜਬ ਭਾਵੈ ਲੈ ਖਸ। ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ ਦਿੱਤੀ ਹੋਈ ਅਮਾਨਤੀ ਚੀਜ਼ ਹੈ। ਜਦੋਂ ਉਹ ਚਾਹੁੰਦਾ ਹੈ ਸਰੀਰ ਵਿੱਚੋਂ ਮੋੜ ਲੈਂਦਾ ਹੈ। ਇੱਥੇ ਸਦਾ ਨਹੀਂ ਟਿਕੇ ਰਹਿਣਾ, ਤਾਂ ਤੇ ਜਮ ਦੇ ਠੇਂਗੇ ਦਾ ਖਿਆਲ ਰੱਖੋ ਤੇ ਗੁਰੂ ਦਰ ਤੇ ਆ ਕੇ ਗੁਣ ਕੋ ਮਰੀਏ ਰੋਏ। ਕਬੀਰ ਨੌਬਤ ਆਪਣੀ ਦਿਨ ਦਸ ਲੇਹੋ ਬਜਾਏ। ਬਾਬਾ ਕਬੀਰ ਜੀ ਕਹਿਣ, ਜੇ ਤੂੰ ਇਹ ਨਹੀਂ ਸੁਣਦਾ ਤਾਂ ਤੇਰੀ ਮਰਜ਼ੀ, ਮਨ ਮੰਨੀਆਂ ਮੌਜਾਂ ਮਾਣ ਲੈ, ਪਰ ਇਹ ਮੌਜਾਂ ਹਨ ਸਿਰਫ 10 ਦਿਨਾਂ ਲਈ ਹਨ, ਕੁਝ ਦਿਨਾਂ ਲਈ 10 ਦਿਨਾਂ ਲਈ ਹਨ। ਬਾਬਾ ਕਬੀਰ ਜੀ ਕਹਿ ਰਹੇ ਨੇ, ਨਦੀ ਨਾਮ ਸੰਜੋਗ ਜਿਉਂ ਬਹੁਰ ਨਾ ਮਿਲਹਿ ਆਏ। ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿੱਚ ਬੈਠੇ ਮੁਸਾਫਰ ਦਾ ਮਿਲਾਪ ਹੈ, ਮੋੜੋ ਸਾਰੇ ਕਦੇ ਨਹੀਂ ਮਿਲਦੇ, ਤਿਵੇਂ ਮਨ ਮੰਨੀਆਂ ਮੌਜਾਂ ਵਿੱਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੋੜ ਨਹੀਂ ਮਿਲੇਗਾ। ਕਬੀਰ ਸਾਤ ਸਮੁੰਦੇ ਮਸ ਕਰੋ, ਕਲਮ ਕਰੋ ਬਨ ਰਾਏ। ਬਾਬਾ ਕਬੀਰ ਜੀ ਕਹਿ ਰਹੇ ਨੇ, ਜੇ ਮੈਂ 7 ਹੀ ਸਮੁੰਦਰਾਂ ਦੇ ਪਾਣੀ ਨੂੰ ਸ਼ਾਹੀ ਬਣਾ ਲਵਾਂ, ਸਾਰੇ ਰੁੱਖਾਂ ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੀ ਥਾਂ ਵਰਤਾਂ, ਵਸੁੱਧਾ ਕਾਗਜ਼ ਜੋ ਕਰੂੰ ਹਰ ਜਸ ਲਿਖਣ ਨਾ ਜਾਏ, ਤਾਂ ਵੀ ਪਰਮਾਤਮਾ ਦੇ ਗੁਣ ਪੂਰਨ ਤੌਰ ਤੇ ਲਿਖੇ ਨਹੀਂ ਜਾ ਸਕਦੇ। ਭਾਵ ਕਿ ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ। ਕਬੀਰ ਜਾਤ ਜਲਾਇਆ ਕਿਆ ਕਰੇ, ਹਿਰਦੇ ਵਸੇ ਗੋਪਾਲ। ਬਾਬਾ ਕਬੀਰ ਜੀ ਕਰਨੇ, ਪ੍ਰਭੂ ਦੇ ਗੁਣ ਗਾਉਂਦਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫਤ ਸਲਾਹ ਦੀ ਬਰਕਤ ਨਾਲ, ਕਿਰਪਾ ਨਾਲ ਮੇਰੀ ਨੀਵੀਂ ਜਲਾਇਆ ਜਾਤ ਮੇਰੇ ਅੰਦਰ ਨਤਾਣਾਪਨ ਪੈਦਾ ਨਹੀਂ ਕਰ ਸਕਦੀ, ਕਿਉਂਕਿ ਹੁਣ ਮੇਰੇ ਹਿਰਦੇ ਵਿੱਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵਸ ਰਿਹਾ ਹੈ। ਕਬੀਰ ਰਮਈਆ ਕੰਠ ਮਿਲ ਚੂਕੇ ਸਰਬ ਜੰਜਾਲ। ਹੁਣ ਪ੍ਰਭੂ ਦੀ ਯਾਦ ਵਿੱਚ ਜੁੜ, ਮੇਰੀ ਨੀਵੀਂ ਜਾਤ ਦੀ ਕਮਜ਼ੋਰੀ ਹੀ ਨਹੀਂ, ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਬਾਬਾ ਕਬੀਰ ਜੀ ਕਹਿੰਦੇ ਨੇ, ਭਾਵੇਂ ਸਿਫਤ ਸਲਾਹ ਵਿੱਚ ਬੜੀ ਬਰਕਤ ਹੈ, ਪਰ ਸਰੀਰਕ ਮੋਹ ਅਤੇ ਇਹ ਪੰਜਾਂ ਦਾ ਇਤਨਾ ਜ਼ੋਰ ਹੈ ਕਿ ਕੋਈ ਬਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ। ਪਾਂਚੋ ਲੜਕੇ ਮਾਰ ਕੇ ਰਹੇ ਰਾਮ ਲਿਓ ਲਾਏ। ਕੋਈ ਬਿਰਲਾ ਹੀ ਜੋ ਇਹਨਾਂ ਪੰਜਾਂ ਦੇ ਮਾਇਆ ਦੇ ਪੰਜਾਂ ਪੁੱਤਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ।
कबीर ऐसा को नहीं ਇਹੋ ਤਨ ਦੇਵੇ ਫੂਕ। ਕਹਿੰਦੇ ਮਾਇਆ ਦੇ ਪ੍ਰਭਾਵ ਕਰਕੇ ਕੋਈ ਬਿਰਲਾ ਹੀ ਜਹਾ ਮਿਲਦਾ ਹੈ ਜੋ ਪ੍ਰਭੂ ਦੀ ਵਾਹਿਗੁਰੂ ਦੀ ਸਿਫਤ ਸਲਾਹ ਕਰੇ ਤੇ ਸਰੀਰਕ ਮੋਹ ਨੂੰ ਸਾੜ ਦੇਵੇ। ਅੰਧਾ ਲੋਕ ਦਾ ਜਾਨੀ ਜਾਨੀ ਰਹੋ ਕਬੀਰਾ ਕੂਕ। ਜਗਤ ਮੋਹ ਵਿੱਚ ਇਤਨਾ ਗਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁਝਦੀ ਹੀ ਨਹੀਂ। ਭਾਵੇਂ ਕਬੀਰ ਉੱਚੀ ਉੱਚੀ ਦੱਸ ਰਿਹਾ ਹੈ, ਕਬੀਰ ਸਤੀ ਪੁਕਾਰੈ ਚਹਿ ਚੜੀ ਸੁਨ ਹੋ ਵੀਰ। ਕਬੀਰ ਸਤੀ ਪੁਕਾਰੈ ਚਹਿ ਚੜੀ ਸੁਨ ਹੋ ਵੀਰ ਮਸਾਨ। ਜੋ ਇਸਤਰੀ ਆਪਣੇ ਪਰਲੋਕ ਆਪਣੇ ਪਤੀ ਨੂੰ ਮਿਲਣ ਦੀ ਖਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ, ਉਹ ਚਿਖਾ ਉੱਤੇ ਚੜ ਕੇ ਦਲੇਰ ਹੋ ਕੇ ਆਖਦੀ ਹੈ, ਇਹ ਵੀਰ ਮਸਾਨ ਲੋਗ ਸਬਾਇਆ ਚੱਲ ਗਇਓ ਹਮ ਤੋ ਕਾਮ ਨਿਧਾਨ। ਸੁਣ ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ, ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ। ਆਖਰ ਇਹ ਵੀਰ ਮੈਨੂੰ ਤੇਰੇ ਨਾਲ ਗਰਜ ਪਈ ਹੈ, ਗਰਜ ਪਈ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦੇ ਦਿਸ ਜਾਏ। ਬਾਬਾ ਕਬੀਰ ਜੀ ਕਹਿ ਰਹੇ ਨੇ, ਇਹ ਜਾਣਦਿਆਂ ਵੀ ਕਿ ਪ੍ਰਭੂ ਦੀ ਸਿਫਤ ਸਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ। ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ। ਇੱਕ ਪ੍ਰਭੂ ਦਾ ਆਸਰਾ ਛੱਡ ਕੇ ਭਟਕ ਕੇ ਇਹ ਪਦਾਰਥਾਂ ਪਿੱਛੇ ਦਸੀਂ ਪਾਸੀ ਦੌੜਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਬਾਬਾ ਕਬੀਰ ਜੀ ਕਹਿ ਰਹੇ ਨੇ, ਕੁਦਰਤ ਦਾ ਨਿਯਮ ਹੈ ਕਿ ਜੋ ਮਨੁੱਖ ਜਿਹੋ ਜੀ ਸੰਗਤ ਵਿੱਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੋਰ। ਬਾਬਾ ਕਬੀਰ ਜੀ ਕਹਿ ਰਹੇ ਨੇ, ਵਾਹਿਗੁਰੂ ਦੀ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫਤ ਸਲਾਹ ਦੀ ਸਹਾਇਤਾ ਨਾਲ ਮੈਂ ਪ੍ਰਭੂ ਦੇ ਚਰਨ ਰੂਪ ਜਿਹੜੀ ਥਾਂ ਭਾਲ ਰਿਹਾ ਸਾਂ ਉਹੀ ਥਾਂ ਮੈਨੂੰ ਲੱਭ ਪਈ ਹੈ। ਬਾਬਾ ਕਬੀਰ ਜੀ ਕਹਿ ਰਹੇ ਨੇ, ਉਹੀ ਥਾਂ ਮੈਨੂੰ ਲੱਭ ਪਈ ਹੈ। ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ ਔਰ। ਬਾਬਾ ਕਬੀਰ ਜੀ ਕਹਿ ਰਹੇ ਨੇ, ਜਿਸ ਪ੍ਰਭੂ ਨੂੰ ਤੂੰ ਪਹਿਲਾਂ ਕੋਈ ਹੋਰ ਆਖਦਾ ਸੈਂ, ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ, ਤੂੰ ਸਿਫਤ ਸਲਾਹ ਦੀ ਕਿਰਪਾ ਦੇ ਨਾਲ ਬਰਕਤ ਦੇ ਨਾਲ ਬਦਲ ਕੇ ਉਸ ਦਾ ਹੀ ਰੂਪ ਬਣ ਗਿਆ ਹੈ, ਉਸੇ ਵਿੱਚ ਹੀ ਲੀਨ ਹੋ ਗਿਆ ਹੈ, ਉਸੇ ਨਾਲ ਇਕਮਿਕ ਹੋ ਗਿਆ ਹੈ। ਬਾਬਾ ਕਬੀਰ ਜੀ ਕਹਿ ਰਹੇ ਨੇ, ਕਬੀਰ ਮਾਰੀ ਮਰੂਕ ਸੰਗ ਕੀ ਕੇਲੇ ਨਿਕਟ ਜੋ ਵੇਰ। ਜੇ ਤੂੰ ਪ੍ਰਮਾਤਮਾ ਦੀ ਸਿਫਤ ਸਲਾਹ ਛੱਡ ਦਿੱਤੀ ਹੈ ਤਾਂ ਸੁੱਤੇ ਹੀ ਉਹਨਾਂ ਦਾ ਸਾਥ ਕਰੇਗਾ ਜੋ ਪ੍ਰਭੂ ਨਾਲ ਟੁੱਟੇ ਹੋਏ ਹਨ। ਪਰ ਵੇਖ, ਰੱਬ ਨਾਲ ਟੁੱਟੇ ਬੰਦਿਆਂ ਦਾ ਸਾਥ ਕਦੇ ਵੀ ਨਾ ਕਰੀ। ਕੇਲੇ ਦੇ ਨੇੜੇ ਬੇਰੀ ਉੱਗੀ ਹੋਵੇ। ਹੁਣ ਕੇਲੇ ਦਾ ਬੂਟਾ ਹੋਵੇ, ਦਰਖਤ ਕੇਲੇ ਦਾ ਤੇ ਨਾਲ ਬੇਰੀ ਹੋਵੇ। ਬਾਬਾ ਜੀ ਉਦਾਹਰਨ ਦੇ ਰਹੇ ਨੇ, ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਬੇਰੀ ਜਿਹੜੀ ਹਵਾ ਨਾਲ ਹਲਾਰੇ ਲੈਂਦੀ ਹੈ ਤੇ ਕੇਲਾ ਉਸ ਦੇ ਕੰਡਿਆਂ ਨਾਲ ਚੀਰਿਆ ਜਾਂਦਾ ਹੈ। ਤਿਵੇਂ ਹੀ ਕਬੀਰ ਭੈੜੀ ਸੁਭਤ ਵਿੱਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਿਕ ਮੌਤੇ ਮਰ ਜਾਂਦੀ ਹੈ। ਇਸ ਕਰਕੇ ਬਾਬਾ ਕਬੀਰ ਜੀ ਕਹਿ ਰਹੇ ਨੇ ਕਿ ਇਹੋ ਜੀ ਸੰਗਤ ਨਾ ਕਰੋ। ਜਿਵੇਂ ਕੇਲੇ ਦੀ ਉਦਾਹਰਨ ਦੇ ਕੇ, ਬੇਰੀ ਦੀ ਉਦਾਹਰਨ ਦੇ ਕੇ, ਬੇਰੀ ਨੂੰ ਕੰਡੇ ਹੁੰਦੇ ਨੇ ਤੇ ਕੇਲੇ ਦਾ ਬੂਟਾ ਫਿਰ ਲੀਰੋ ਲੀਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਸਾਕਤ ਦਾ ਸੰਗ ਕਰਾਂਗੇ ਤਾਂ ਫਿਰ ਸਾਡਾ ਵੀ ਭਾਈ ਇਹ ਹੀ ਹਾਲ ਹੋਵੇਗਾ। ਆਓ ਆਪਾਂ 2 ਮਿੰਟ ਵਾਸਤੇ ਸਿਮਰਨ ਕਰ ਲਈਏ, ਮਾਲਕ ਦਾ ਵਾਹਿਗੁਰੂ ਦਾ ਅਭਿਆਸ ਕਰੀਏ 2 ਮਿੰਟ ਵਾਸਤੇ। ਆਓ ਸਾਰੇ ਨੇਤਰ ਬੰਦ ਕਰਕੇ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਇਸੇ ਤਰ੍ਹਾਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਸਿਮਰਨ ਕਰਿਆ ਕਰੋ ਜੀ। ਭੁੱਲਾਂ ਚੁੱਕਾਂ ਦੀ ਮਾਫੀ ਆਪ ਸੰਗਤ ਤੇ ਗੁਰੂ ਜੀ ਬਖਸ਼ਣ ਜੋ ਹਨ ਬਖਸ਼ ਦੇਣਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।